हेलो चार्वी, हेलो। क्या हाल चाल है आपके? मैं ठीक हूँ। गुड। तो आज हम क्या सीखने वाले हैं? ਅੱਜ फंक्शन। ਅੱਜ ਸਿੱਖਣ ਵਾਲੇ हैं ਅਸੀਂ ਫੰਕਸ਼ਨ। ਅੱਜ ਅਸੀਂ ਪੰਜਾਬੀ 'ਚ ਵੀ ਬੋਲੋ, ਅੱਜ ਅਸੀਂ ਫੰਕਸ਼ਨ ਸਿੱਖਾਂਗੇ। आज ऐसी फंक्शन सिखाएंगे। ਗੁੱਡ। ਚਲੋ ਦੱਸੋ ਫਿਰ ਹੁਣ ਫੰਕਸ਼ਨ ਕੀ ਹੁੰਦਾ। ਕੋਡਿੰਗ ਦੇ ਵਿੱਚ ਫੰਕਸ਼ਨ ਕੀ ਹੁੰਦਾ, ਉਹਨੂੰ ਇੱਕ ਰੀਅਲ ਲਾਈਫ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰੋ। शाबाश। कोडिंग में हम क्या करते हैं? फंक्शन अलग अलग तरीके के होते हैं कोडिंग में। जैसे मैंने मम्मा को बोला कि मैगी बना दो। अगर मम्मा को वो पता है स्टेप्स। हाँ बताओ, स्टेप्स क्या हैं पहले बताओ। किचन में जाओ, पैन रखो, वाटर डालो पैन में और मैगी डालो वाटर में और उसके बाद उसको बर्नर में रखो, फिर मसाला डालो, फिर उसको बॉईल करने के लिए रख दो, फिर उसको सर्व कर दो। ठीक है, तो ये क्या है? ये मैगी बनाने के स्टेप्स हैं। तो जब तुम मम्मा को बोलती है कि मम्मा मैगी बना दो, तो क्या तू ये सारे स्टेप्स भी बताती है? नहीं बताती। क्यों? क्योंकि ये स्टेप्स तो सेम ही हैं। तू क्या बोलती है? तू सिर्फ ये बोलती है कि मम्मा मैगी बनाओ, बस इतना ही बोलती है। तो मम्मा को बोला मैगी बनाओ, तो मम्मा ने जाके ये 8 स्टेप्स एग्जीक्यूट कर दिए। ठीक है जी, और आपको मैगी मिली। सिमिलरली कोडिंग में क्या होता है बेटा? कोडिंग में जो फंक्शन होता है उसका एक सेट ऑफ कोड होता है, राइट? उसके 8 लाइन ऑफ कोड भी हो सकता है। उसमें हो सकता है कि वो कैलकुलेशन करे, कुछ कंडीशन चेक करे, कुछ, या उसका एक 20 लाइन ऑफ कोड। अगर पता है कि सेम सेट ऑफ कोड हमें एग्जीक्यूट करना है अपने प्रोग्राम में मल्टीपल टाइम्स, तो आपको वो मल्टीपल टाइम्स सेम सेट ऑफ कोड लिखने की ज़रूरत नहीं होगी। जैसे आपको हर बार जब भी आपको मैगी चाहिए तो आप मम्मा को हर बार 8 स्टेप्स नहीं बताते, क्योंकि वो तो ऑलरेडी वो तो सेम ही है। आप सिंपल ये बोलते हो कि मम्मा मैगी बनाओ, है ना? तो सिमिलरली कोडिंग में जब हम पहले एक फंक्शन डिफाइन कर देते हैं, वो दिखाओ क्या लिखा आपने। मैगी बनाओ। हाँ, मैगी बनाओ एक फंक्शन आ गया, उसके ये 8 स्टेप्स आ गए, और फिर आप सिंपल उसको फंक्शन को कॉल कर लेते हो। जब भी आपको वो स्टेप्स एग्जीक्यूट करने होते, आप सिंपल एक लाइन से उस फंक्शन को कॉल करके एक सिंगल लाइन ऑफ कोड से वो सारे स्टेप्स एग्जीक्यूट कर देते हो। ठीक है? तो कैसे कॉल करते हैं कोडिंग में? उस फंक्शन का नेम लिख के, राइट? और नेम जो फंक्शन होता है वो हमेशा ऐसे होता है, उसका एक छोटा सा मुंह होता है। दिखाओ कौन सा मुंह है उसका। यस, गुड, मेरा बच्चा। लैपटॉप 'ਚ ਦਿਖਾ ਦਿੰਨੇ ਆ ਕੋਡ ਲਿਖ ਕੇ ਕਿ ਫੰਕਸ਼ਨ ਨੂੰ ਕਿਦਾਂ ਯੂਜ਼ ਕੀਤਾ ਹੈ। ਇਫ ਯੂ ਰਿਮੈਂਬਰ ਕਿ ਆਪਾਂ ਜਿਹੜਾ ਪੁਰਾਣਾ ਲੈਸਨ ਸੀਗਾ ਉਹਦੇ ਵਿੱਚ ਅਸੀਂ मैगी ਵਾਲਾ ਨਹੀਂ, ਇਹ ਆਪਾਂ ਇੱਕ ਏਜ ਨੂੰ ਚੈੱਕ ਕਰਕੇ ਇਫ ਤੇ ਐਲਸ ਕੰਡੀਸ਼ਨ ਜਦੋਂ ਆਪਾਂ ਸਿੱਖੀ ਸੀਗੇ, ਉਹਦੇ 'ਚ ਆਪਾਂ ਇਹ ਪੀਸ ਆਫ ਕੋਡ ਕੀਤਾ ਸੀ, ਕਰੈਕਟ? ਜਿਹਦੇ ਵਿੱਚ ਚੈੱਕ ਕਰਿਆ ਕਿ ਅਗਰ ਏਜ ਗ੍ਰੇਟਰ ਦੈਨ ਇਕੁਅਲ ਟੂ 18 ਆ ਤੇ ਉਹ ਅਲਰਟ ਕਰ ਰਿਹਾ ਸੀ ਯੂ ਆਰ ਐਲੀਜੀਬਲ ਫॉर ਵੈਕਸੀਨੇਸ਼ਨ। ਐਲਸ ਦੇ ਵਿੱਚ ਜੇ ਉਹ ਏਜ 18 ਜਾਂ ਉਸ ਤੋਂ ਗ੍ਰੇਟਰ ਨਹੀਂ ਹੈ ਤੇ ਫਿਰ ਉਹ ਕਹੇਗਾ ਕਿ ਪਲੀਜ਼ ਵੇਟ ਫॉर ਗਵਰਨਮੈਂਟ ਡਾਇਰੈਕਸ਼ਨਸ। ਠੀਕ ਹੈ? ਇਹ ਹੁਣ ਆਪਾਂ ਇਹਦੇ ਵਿੱਚ ਕੀ ਡਿਫਰੈਂਸ ਲੈ ਕੇ ਆ ਰਹੇ ਹਾਂ ਕਿ ਹੁਣ ਇਸ ਪੀਸ ਆਫ ਕੋਡ ਨੂੰ ਅਸੀਂ ਇੱਕ ਫੰਕਸ਼ਨ ਦੇ ਵਿੱਚ ਐਡ ਕਰਤਾ, ਇਹਨੂੰ ਇੱਕ ਫੰਕਸ਼ਨ ਦੀ ਬੋਡੀ ਬਣਾਤਾ। ਤੇ ਜਾਵਾਸਕ੍ਰਿਪਟ ਦੇ ਵਿੱਚ ਆਪਾਂ ਕਿਸੇ ਫੰਕਸ਼ਨ ਨੂੰ ਡਿਫਾਈਨ ਕਰਨਾ ਹੋਵੇ ਤੇ ਪਹਿਲਾਂ ਸਾਨੂੰ ਫੰਕਸ਼ਨ ਕੀਵਰਡ ਯੂਜ਼ ਕਰਨਾ ਪੈਂਦਾ। ਠੀਕ ਹੈ? ਆਪਾਂ ਫੰਕਸ਼ਨ ਲਿਖ ਕੇ ਇਹ ਫੰਕਸ਼ਨ
ਫੰਕਸ਼ਨ ਦਾ ਨੇਮ ਕੀ ਹੈ? ਚੈੱਕ ਏਜ। ਚੈੱਕ ਏਜ, ਠੀਕ ਹੈ। ਤੇ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ ਕਿ ਫੰਕਸ਼ਨ ਦਾ ਇੱਕ ਮੂੰਹ ਹੁੰਦਾ ਹੈ, ਇਹਦਾ ਮੂੰਹ ਬਣਾਤਾ, ਠੀਕ ਹੈ। ਚੈੱਕ ਏਜ ਤੇ ਫੰਕਸ਼ਨ ਕੀਵਰਡ ਲਗਾਤਾ, ਇਹਦਾ ਨੇਮ ਦੇਤਾ, ਇਹਦਾ ਮੂੰਹ ਬਣਾਤਾ, ਠੀਕ ਹੈ। ਤੇ ਫੰਕਸ਼ਨ ਦੀ ਬਾਡੀ ਇੱਥੋਂ ਸ਼ੁਰੂ ਹੋ ਰਹੀ ਹੈ ਤੇ ਇੱਥੇ ਬੰਦ ਹੋ ਰਹੀ ਹੈ, ਤੇ ਇਹ ਸਾਰਾ ਕੋਡ ਜਿਹੜਾ ਉਹਨੇ ਫੰਕਸ਼ਨ ਦਾ ਪਾਰਟ ਬਣ ਗਿਆ। ਹੁਣ ਆਪਾਂ ਕੀ ਸਿੱਖਿਆ ਸੀ ਚਾਬੀ ਕਿ ਫੰਕਸ਼ਨ ਕਦੋਂ ਐਗਜ਼ੀਕਿਊਟ ਹੋਏਗਾ? ਫੰਕਸ਼ਨ ਦੀ ਬਾਡੀ ਜਿਹੜੀ ਆ, ਫੰਕਸ਼ਨ ਦੇ ਸਟੈਪਸ ਜਿਹੜੇ ਹੈ, ਫੰਕਸ਼ਨ ਦਾ ਪੀਸ ਆਫ ਕੋਡ ਜਿਹੜਾ ਕਦੋਂ ਐਗਜ਼ੀਕਿਊਟ ਹੋਏਗਾ? ਜਦੋਂ ਅਸੀਂ ਕਾਲ ਕਰੋਗੇ, ਫੰਕਸ਼ਨ ਨੂੰ ਕਾਲ ਕਰ। ਤਾਂ ਮਮਾ ਜਿਵੇਂ ਮੰਮੀ ਤੁਹਾਨੂੰ ਮੈਗੀ ਕਦੋਂ ਬਣਾ ਕੇ ਦੇਗੀ? ਜਦੋਂ ਤੁਸੀਂ ਕਾਲ ਕਰੋਗੇ, ਮੰਮੀ ਨੂੰ ਬੋਲੋਗੇ ਮੰਮੀ ਮੈਗੀ ਬਣਾਓ, ਫਿਰ ਉਹ ਮੈਗੀ ਵਾਲੇ ਸਟੈਪਸ ਐਗਜ਼ੀਕਿਊਟ ਕਰੇਗੀ, ਹੈ ਨਾ। ਸਿਮਿਲਰਲੀ ਕੋਡ ਨੂੰ ਜਦੋਂ ਤੱਕ ਅਸੀਂ ਦੱਸਾਂਗੇ ਨਹੀਂ, ਜਦੋਂ ਤੁਸੀਂ ਕਿ ਬਈ ਫੰਕਸ਼ਨ ਨੂੰ ਕਾਲ ਕਰਾਂ, ਇੱਥੇ ਆ ਦੇਖੋ ਆਪਾਂ ਫੰਕਸ਼ਨ ਨੂੰ ਕਾਲ ਕੀਤਾ, ਇਹ ਜਾਵਾਸਕ੍ਰਿਪਟ ਦੇ ਵਿੱਚ ਆਪਾਂ ਫੰਕਸ਼ਨ ਨੂੰ ਕਾਲ ਕੀਤਾ, ਠੀਕ ਹੈ। ਫੰਕਸ਼ਨ ਨੂੰ ਕਾਲ ਕੀਤਾ ਉਹਦਾ ਨੇਮ ਲਿਖ ਕੇ, ਕਿ ਆ ਫੰਕਸ਼ਨ ਦਾ ਨੇਮ ਹੈ, ਠੀਕ ਹੈ। ਤੇ ਆ ਉਹਦਾ ਮੂੰਹ ਬਣਾ ਕੇ ਰਾਈਟ ਉਹਨੂੰ ਫੰਕਸ਼ਨ ਨੂੰ ਕਾਲ ਕਰ ਲਿਆ, ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਹ ਕਿੱਦਾਂ ਐਗਜ਼ੀਕਿਊਟ ਹੋਏਗਾ। ਸਕ੍ਰਿਪਟ ਲਿਖਣਾ ਰਨ ਕੀਤਾ, ਦੇਖੋ ਉਹ ਚੱਲ ਰਿਹਾ, ਕਿਉਂਕਿ ਏਜ ਜਿਹੜੀ ਆ ਇਕੁਅਲ ਟੂ 18 ਤੇ ਯੂ ਆਰ ਐਲੀਜੀਬਲ ਫॉर ਵੈਕਸੀਨੇਸ਼ਨ। ਅਗਰ ਇੱਥੇ 12 ਹੁੰਦਾ ਤੇ ਉਹ ਨਹੀਂ ਆਣੀ ਸੀ, ਫਿਰ ਜੇ ਆਪਾਂ ਇਹਨੂੰ ਰਿਮੂਵ ਕਰ ਦਈਏ, ਇਹਨੂੰ ਆਪਾਂ ਰਿਮੂਵ ਕਰਦਾ, ਠੀਕ ਹੈ। ਆਪਾਂ ਹੁਣ ਫੰਕਸ਼ਨ ਨੂੰ ਕਾਲ ਨਹੀਂ ਕਰਦਾ, ਫੰਕਸ਼ਨ ਨੂੰ ਕਾਲ ਕੀਤਾ ਹੀ ਨਹੀਂ ਕੋਡ ਦੇ ਵਿੱਚ, ਤੇ ਹੁਣ ਮੈਨੂੰ ਦੱਸੋ ਕਿ ਇਹ ਵਾਲਾ ਜਿਹੜਾ ਪੀਸ ਆਫ ਕੋਡ ਆ ਐਗਜ਼ੀਕਿਊਟ ਹੋਏਗਾ? ਨਹੀਂ ਹੋਏਗਾ। ਕਿਉਂ? ਕਿਉਂਕਿ ਅਸੀਂ ਕਾਲ ਨਹੀਂ ਕੀਤਾ। ਹਾਂ, ਫੰਕਸ਼ਨ ਨੂੰ ਅਸੀਂ ਕਾਲ ਹੀ ਨਹੀਂ ਕੀਤਾ। ਤੇ ਹੁਣ ਜੇ ਆਪਾਂ ਇੱਥੇ ਦੁਬਾਰਾ ਜਾਵਾਂਗੇ ਤੇ ਇਹ ਵਾਲਾ ਪੌਪਅਪ ਨਹੀਂ ਆਏਗਾ। ਰਿਫਰੈਸ਼ ਕਰ ਰਿਹਾ, ਮੈਂ ਨਹੀਂ ਆ ਰਿਹਾ। ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਇਹਨੂੰ ਕਾਲ ਨਹੀਂ ਕੀਤਾ, ਫੰਕਸ਼ਨ ਨੂੰ ਤਾਂ ਕਾਲ ਕੀਤਾ ਹੀ ਨਹੀਂ। ਆਪਾਂ ਉਹਦੀ ਬਾਡੀ ਤਾਂ ਡਿਫਾਈਨ ਕਰਤੀ, ਆਪਾਂ ਇਹ ਤਾਂ ਦੱਸਤਾ ਕਿ ਫੰਕਸ਼ਨ ਜਿਹੜਾ ਆ ਉਹ ਕੀ ਕਰੇ, ਹਨਾ, ਉਹਦੇ ਕੀ ਸਟੈਪਸ ਹੋਣਗੇ, ਉਹਦਾ ਕੀ ਪੀਸ ਆਫ ਕੋਡ ਹੋਏਗਾ, ਬਟ ਅਸੀਂ ਉਹਨੂੰ ਕਾਲ ਤਾਂ ਕੀਤਾ ਹੀ ਨਹੀਂ। ਹੁਣ ਆਪਾਂ ਇੱਥੇ ਉਹਨੂੰ ਕਾਲ ਕਰਾਂਗੇ, ਉਹਦਾ ਨੇਮ ਚੈੱਕ ਏਜ ਦੇਖੋ ਆ ਗਿਆ, ਚੈੱਕ ਏਜ ਆ ਗਿਆ, ਹਾਈਲਾਈਟ ਹੋ ਗਿਆ। ਇਹਦਾ ਮੂੰਹ ਬਣਾਓ, ਫੰਕਸ਼ਨ ਦਾ ਮੂੰਹ ਹੁੰਦਾ ਹੈ, ਠੀਕ ਹੈ। ਸੈਮੀਕੋਲਨ डाल दो, ठीक है। ਹੁਣ ਸੇਵ ਕਰੋ, ਹੁਣ ਦੁਬਾਰਾ ਜਾਓ ਤੇ ठीक है, ये आ गया, you are eligible for vaccination। ਇਹ ਹੈ, ਇਸ ਤਰੀਕੇ ਨਾਲ ਅਸੀਂ ਫੰਕਸ਼ਨ ਨੂੰ ਡਿਫਾਈਨ ਕਰ ਲਈਏ, ਠੀਕ ਹੈ। ਆ ਫੰਕਸ਼ਨ ਨੂੰ ਡਿਫਾਈਨ ਕਰਨ ਲਈ ਪਹਿਲਾਂ ਫੰਕਸ਼ਨ ਕੀਵਰਡ ਯੂਜ਼ ਕੀਤਾ, ਫਿਰ ਉਹਦਾ ਨੇਮ ਬਣਾਇਆ, ਨੇਮ ਦੱਸਿਆ, ਫਿਰ ਉਹਦਾ ਮੂੰਹ ਬਣਾਤਾ, ਉਹਦੀ ਬਾਡੀ ਆ ਗਈ, ਆ ਪੀਸ ਆਫ ਕੋਡ ਆ ਗਿਆ, ਠੀਕ ਹੈ। ਇੱਥੇ ਬੰਦ ਹੋ ਗਿਆ, ਇੱਥੇ ਫੰਕਸ਼ਨ ਨੂੰ ਕਾਲ ਕਰ ਲਿਆ। ਗੁੱਡ, ਸ਼ਾਬਾਸ਼, ਬੋਲੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਧੰਨਵਾਦ ਸਾਰਿਆਂ ਦਾ। ਸਿੱਖੀ ਜਾਈਏ, ਗੁੱਡ, ਸਿੱਖਦੇ ਰਹੋ।